ਸਾਡੇ ਵੇਖਣ ਤੇ ਸੁਣਨ ਵਾਲੇ ਭਰਾਵਾਂ ਨੂੰ अस्सलाम वालेकुम। ਸਾਡੇ ਚੈਨਲ ਦਾ ਨਾਮ ਹੈ ਸਿੰਧੂ ਗੋਟ ਫਾਰਮ। ਉਮੀਦ ਕਰਨਾ ਮੇਰੇ ਸਾਰੇ ਦੋਸਤ ਆਪ ਠੀਕ ਹੋਣਗੇ। ਕਾਫੀ ਦਿਨਾਂ ਬਾਅਦ ਵੀਡੀਓ ਆਈ ਹੈ ਕਿਉਂਕਿ ਮੈਂ ਉਮਰੇ ਤੇ ਗਿਆ ਸਾਲ ਅਲਹਮਦੁਲਿਲਾ ਉਮਰਾ ਕਰਕੇ ਆਏ ਹਾਂ ਤੇ ਉਮੀਦ ਕਰਨਾ ਵਾ ਸਾਰੇ ਦੋਸਤ ਭਰਾ ਸਾਰੇ ਠੀਕ ਹੋਣਗੇ। ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਇੱਕ ਬੜਾ ਹੀ ਇੰਤਹਾਈ ਹੀ ਬਿਹਤਰੀਨ ਤੇ ਅੱਛਾ ਮੌਜੂ ਹੈ। ਇਹਦੇ ਉੱਪਰ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਚੀਜ਼ਾਂ ਦੇ ਮੁਤਾਬਿਕ ਦਰਮਿਆਨ ਡਿਫਰੈਂਸ ਦੱਸਾਂਗੇ, ਜਿਹਦੇ ਵਿੱਚ ਤੁਹਾਨੂੰ ਦੱਸ ਸਕਾਂਗੇ ਕਿ ਬੱਕਰੀ ਫਾਰਮਿੰਗ ਦਾ ਮਕਸਦ ਕੀ ਹੈ, ਮਤਲਬ ਕੀ ਹੈ, ਬੱਕਰੀ ਫਾਰਮਿੰਗ ਦਾ ਕੀ ਮਤਲਬ ਹੈ ਤੇ ਸ਼ੌਕ ਫਾਰਮਿੰਗ ਦਾ ਕੀ ਮਤਲਬ ਹੈ। ਸਭ ਤੋਂ ਪਹਿਲੇ ਆ ਜਾਂਦਾ ਹੈ ਜੀ, ਇਹਨੂੰ ਨਾ ਬੜੇ ਦੋਸਤਾਂ ਨੇ ਮਿਕਸ ਕਰ ਦਿੱਤਾ ਹੈ। ਇਸ ਚੀਜ਼ ਨੂੰ ਬੜਾ ਹੀ ਇੱਕ ਸਮਝ ਲਓ ਕਿ ਮਿਕਸ ਕਰਕੇ ਤੇ ਇਹਨੂੰ ਮਿਕਸਿੰਗ ਦਾ ਨਾਮ ਦੇ ਕੇ ਕੁਝ ਦੋਸਤਾਂ ਨੂੰ ਲਾਲਚ ਦੇ ਕੇ, ਜਿਹੜੇ ਨਵੇਂ ਫਾਰਮਰ ਆਉਂਦੇ ਨੇ ਉਹਨਾਂ ਨੂੰ ਲਾਲਚ ਦੇ ਕੇ ਇਸ ਤਰ੍ਹਾਂ ਦੇ ਕੋਈ ਨਾ ਕੋਈ ਉਹਨਾਂ ਨੂੰ ਸਬਜ਼ ਬਾਗ ਵਹਾ ਦਿੱਤੇ ਜਾਂਦੇ ਨੇ ਕਿ ਜੀ ਇੰਜ ਹੋਏਗਾ, ਇਹ ਹੋਏਗਾ, ਉਹ ਹੋਏਗਾ। ਤੇ ਉਹਦੇ ਵਿੱਚ ਲੋਕਾਂ ਦੇ ਕਾਫੀ ਪੈਸਿਆਂ ਦਾ ਨੁਕਸਾਨ ਹੋਇਆ, ਜਿਹਦੇ ਉੱਪਰ ਅਸੀਂ ਪਹਿਲੇ ਵੀ ਵੀਡੀਓ ਬਣਾ ਚੁੱਕੇ ਹਾਂ। ਦੋਸਤਾਂ ਦੀ ਕਾਫੀ ਗੁਜ਼ਾਰਿਸ਼ ਸੀ ਕਿ ਦੁਬਾਰਾ ਕਿਤੇ ਤੇ ਵੀਡੀਓ ਬਣਾਓ ਤੇ ਮੁਕੰਮਲ ਡਿਟੇਲ ਦੇ ਨਾਲ ਜ਼ਰਾ ਉਹਨਾਂ ਚੀਜ਼ਾਂ ਤੋਂ ਪਰਦਾ ਉਠਾਓ ਜਿਹੜੀਆਂ ਚੀਜ਼ਾਂ ਛੁਪੀਆਂ ਗਈਆਂ ਨੇ। ਸਭ ਤੋਂ ਪਹਿਲੇ ਵੇਖੋ, ਬੱਕਰੀ ਫਾਰਮਿੰਗ ਤੇ ਸ਼ੌਕ ਦੋ ਅਲੱਗ-ਅਲੱਗ ਚੀਜ਼ਾਂ ਨੇ। ਬੱਕਰੀ ਫਾਰਮਿੰਗ ਦਾ ਮਤਲਬ ਹੈ ਇਹ ਤੁਹਾਡਾ ਬੱਕਰੀ ਫਾਰਮਿੰਗ ਦੇ ਵਿੱਚ ਮਕਸਦ ਇਹ ਹੁੰਦਾ ਹੈ ਬਕਾਇਦਗੀ ਦੇ ਨਾਲ ਆਪਣੇ ਕਾਰੋਬਾਰ ਦਾ ਆਗਾਜ਼ ਕਰਨਾ। ਇੱਕ ਕਾਰੋਬਾਰ ਜਿਹਦੇ ਵਿੱਚ ਕੁਝ ਚੀਜ਼ਾਂ ਤੁਹਾਡਾ ਮੇਨ ਮਕਸਦ ਹੁੰਦੀਆਂ ਨੇ, ਜਿਨ੍ਹਾਂ ਵਿੱਚ ਪਹਿਲੇ ਨੰਬਰ ਤੇ ਆ ਜਾਂਦਾ ਤੁਹਾਡਾ ਮੁਨਾਫਾ, ਕਿ ਜਿਹੜੀ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਨਾ ਉਹ ਤੁਹਾਨੂੰ ਪ੍ਰੋਫਿਟ ਦੇ ਨਾਲ ਮਿਲਣੀ ਚਾਹੀਦੀ, ਨਾ ਕਿ ਉਹ ਲਾਸ ਦੇ ਨਾਲ ਮਿਲੇ, ਨਾ ਕਿ ਜਿਹੜੀ ਤੁਹਾਡੇ ਕੋਲ ਕੋਈ ਜਮ੍ਹਾਂ ਪੂੰਜੀ ਤੁਹਾਡੀ ਇਕੱਠੀ ਹੋ ਗਈ ਹੈ ਉਹ ਬਾਅਦ ਵਿੱਚ ਜ਼ਾਇਆ ਹੋ ਜਾਏ। ਦੂਸਰਾ ਮਕਸਦ ਆ ਜਾਂਦਾ ਹੈ ਕਿ ਤੁਹਾਡੀ ਮਾਰਕੀਟ ਜਿਹੜੀ ਹੈ ਨਾ ਉਹ ਸਟਰੋਂਗ ਬਣੇ। ਮਾਰਕੀਟ ਤੁਹਾਡੀ ਇਸੇ ਹੀ ਮਕਸਦ ਦੇ ਸਟਰੋਂਗ ਬਣ ਸਕਦੀ ਹੈ। ਵੇਖੋ, ਅਗਰ ਮੈਂ ਕਿਸੇ ਬੰਦੇ ਕੋਲੋਂ ਕੋਈ ਚੀਜ਼ ਲੈ ਰਿਹਾ ਵਾਂ ਤੇ ਆਲਰੇਡੀ ਮੈਂ ਮਾਰਕੀਟ ਵਿੱਚ ਕੰਟੈਕਟਡ ਹਾਂ, ਮਾਰਕੀਟ ਦੇ ਵਿੱਚ ਆਲਰੇਡੀ ਮੇਰਾ ਉਸ ਬੰਦੇ ਦੇ ਨਾਲ ਕੰਟੈਕਟ ਹੈ ਕਿਸੇ ਬੰਦੇ ਦੇ ਨਾਲ, ਤੇ ਮੈਨੂੰ ਅਗਰ ਕਿਸੇ ਦੂਸਰੇ ਬੰਦੇ ਨੇ ਉਹ ਚੀਜ਼ ਦੇਣੀ ਹੈ ਤੇ ਮੈਨੂੰ ਉਸ ਚੀਜ਼ ਦਾ ਰੇਟ ਵੀ ਉਹਦੇ ਨਾਲੋਂ ਘੱਟ ਚਾਹੀਦਾ ਤੇ ਮੈਨੂੰ ਕ੍ਰੈਡਿਟ ਵੀ ਉਹਦੇ ਕੋਲੋਂ ਜ਼ਿਆਦਾ ਚਾਹੀਦਾ ਹੋਏਗਾ ਕਿ ਯਾਰ ਮੈਨੂੰ ਕੁਝ ਕ੍ਰੈਡਿਟ ਵੀ ਦੇ ਤੇ ਉਹਦੇ ਨਾਲੋਂ ਰੇਟ ਵੀ ਘੱਟ ਦੇ। ਤੇ ਆਪਣੀ ਮਾਰਕੀਟ ਸਟਰੋਂਗ ਕਰਨ ਲਈ ਤੁਹਾਡਾ ਰੇਟ ਅੱਛਾ ਹੋਣਾ ਚਾਹੀਦਾ, ਮਾਰਕੀਟ ਦੇ ਲਿਹਾਜ਼ ਨਾਲ ਕੋਈ ਥੋੜਾ ਬਹੁਤ ਫਰਕ ਹੋਣਾ ਚਾਹੀਦਾ। ਤੇ ਅਗਰ ਤੁਸੀਂ ਬੱਕਰੀ ਫਾਰਮਿੰਗ ਨੂੰ ਐਜ਼ ਏ ਸ਼ੌਕ ਦੇ ਨਾਲ ਸਟਾਰਟ ਕਰੋਗੇ, ਸ਼ੌਕ 'ਚ ਮਿਕਸ ਕਰਕੇ ਤੋਂ ਇੱਕ ਖਿਚੜੀ 'ਚ ਬਣਾ ਕੇ ਜਿਸ ਤਰ੍ਹਾਂ ਦੀ ਸਿਖਾਈ ਜਾਂਦੀ ਉਹਦੇ 'ਚ ਮਿਕਸ ਕਰਕੇ ਆਪਣੀ ਫਾਰਮਿੰਗ ਦਾ ਸਟਾਰਟ ਕਰੋਗੇ ਤਾਂ ਤੁਹਾਡਾ ਤੇ ਰੇਟ ਆਲਰੇਡੀ ਹੀ ਮਾਰਕੀਟ ਨਾਲੋਂ ਬੜਾ ਉੱਤੇ ਚਲਾ ਜਾਏਗਾ। ਤੇ ਤੁਸੀਂ ਕਿਵੇਂ ਕੰਪੀਟ ਕਰਕੇ ਕਿਵੇਂ ਆਪਣੇ ਸੇਲ ਪਰਚੇਜ਼ ਨੂੰ बढ़ा सकोगे, किवें ਉਹਦੇ 'ਚ ਫਾਇਦਾ ਹਾਸਲ ਕਰ ਸਕੋਗੇ, ਉਹ ਤੇ ਇੱਕ ਨਾਮੁਮਕਿਨ ਜੀ ਚੀਜ਼ ਹੋ ਜਾਏਗੀ ਨਾ ਤੁਹਾਡੇ ਲਈ। ਵੇਖੋ, ਹਮੇਸ਼ਾ ਕੋਈ ਚੀਜ਼ ਕੋਈ ਬਿਜ਼ਨਸ ਤੁਸੀਂ ਕਰਦੇ ਹੋ, ਅਗਰ ਇੱਕ ਚੀਜ਼ ਤੁਸੀਂ 15 ਰੁਪਏ ਦੀ ਖਰੀਦਦੇ ਹੋ ਉਹਨੂੰ ਤੁਸੀਂ 40 ਰੁਪਏ ਦੀ ਸੇਲ ਕਰਦੇ ਹੋ ਤੇ ਉਹ ਤੁਸੀਂ ਇੰਨਾ ਪ੍ਰੋਫਿਟ, ਅਗਰ ਮਾਰਜਨ ਪ੍ਰੋਫਿਟ ਦਾ ਮਾਰਜਨ ਜ਼ਿਆਦਾ ਰੱਖੋਗੇ ਨਾ ਤੁਹਾਡੀ ਸੇਲ ਜਿਹੜੀ ਰੇਸ਼ੋ ਹੈ ਉਹ ਘਟ ਜਾਏਗੀ। ਜਦੋਂ ਤੁਹਾਡੇ ਪ੍ਰੋਫਿਟ ਦਾ ਮਾਰਜਨ ਜ਼ਿਆਦਾ ਹੋਏਗਾ, ਸੇਲ ਰੇਸ਼ੋ ਘਟ ਜਾਏਗੀ ਤੇ ਫਿਰ ਤੁਸੀਂ ਫਰਜ਼ ਕਰੋ ਅਗਰ ਦਿਹਾੜੀ ਦੀਆਂ 4 ਚੀਜ਼ਾਂ ਵੀ ਵੇਚ ਲੈਂਦੇ ਹੋ ਤਾਂ ਤੁਸੀਂ ਉਹਦੇ 'ਚ ਬੜੀ ਹੱਦ ਕੋਈ 200, 400, 500 ਕਮਾ ਲਓਗੇ। ਅਗਰ ਤੁਹਾਡਾ ਪ੍ਰੋਫਿਟ ਦਾ ਮਾਰਜਨ ਘੱਟ ਹੋਏਗਾ, ਫਰਜ਼ ਕਰੋ ਇੱਕ ਚੀਜ਼ ਮਾਰਕੀਟ ਦੇ ਵਿੱਚ ਸੇਲ ਹੋ ਰਹੀ ਹੈ 20 ਰੁਪਏ ਦੀ, ਤੁਸੀਂ ਉਹਨੂੰ 19 ਰੁਪਏ ਦੀ ਜਾਂ 18 ਰੁਪਏ ਦੀ ਸੇਲ ਕਰਦੇ ਹੋ ਨਾ ਤੇ ਤੁਹਾਡੀ ਸੇਲ ਆਟੋਮੈਟਿਕਲੀ बढ़ ਜਾਏਗੀ। ਉਹਦੇ 'ਚ ਤੁਹਾਡਾ ਪ੍ਰੋਫਿਟ ਮਾਰਜਨ ਤੇ ਘਟ ਸਕਦਾ ਹੈ, ਠੀਕ ਹੈ, ਲੇਕਿਨ ਜਦੋਂ ਤੁਹਾਡੀ ਸੇਲ बढ़ेगी, ਇੱਕ ਚੀਜ਼ ਉਹੀ ਤੁਸੀਂ 4 ਚੀਜ਼ਾਂ ਸੇਲ ਕਰ ਰਹੇ ਹੋ ਡੇਲੀ ਦੀਆਂ, ਬਾਅਦ ਵਿੱਚੋਂ ਤੁਸੀਂ ਉਹੀ ਚੀਜ਼ਾਂ 100, 150 ਸੇਲ ਕਰੋਗੇ ਨਾ ਤੇ ਤੁਹਾਡਾ ਆਪ ਹਿਸਾਬ ਲੈਣਾ ਨਾ ਤੁਹਾਨੂੰ ਕਿੰਨਾ ਜ਼ਿਆਦਾ ਪ੍ਰੋਫਿਟ ਹੋਏਗਾ। ਠੀਕ ਹੋ ਗਿਆ। ਤੇ ਬੱਕਰੀ ਫਾਰਮਿੰਗ ਦੇ ਵਿੱਚ ਇਹੀ ਹੈ, ਅਗਰ ਤੁਸੀਂ ਚੀਜ਼ ਕੋਈ ਬੱਕਰੀ ਸਸਤੀ ਖਰੀਦਦੇ ਹੋ ਤੇ ਉਹਨੂੰ ਤੁਸੀਂ ਫਾਇਦਾ ਉਦੋਂ ਹੀ ਲੈਣਾ ਜਦੋਂ ਤੁਸੀਂ ਖਰੀਦੋਗੇ ਸਸਤੀ। ਜਦੋਂ ਤੁਸੀਂ ਪਿੱਛੋਂ ਹੀ ਲੱਖ ਰੁਪਏ ਦੀ ਲੈ ਲੈਂਦੇ ਹੋ ਕਿਸੇ ਬੰਦੇ ਕੋਲੋਂ ਤੇ ਮਾਰਕੀਟ ਦੇ ਵਿੱਚ ਉਸ ਬੱਕਰੀ ਦੀ ਹੀ ਕੀਮਤ 80,000 ਹੈ ਤੇ 20,000 ਤੋਂ ਤੁਸੀਂ ਉੱਥੇ ਘਾਟਾ ਖਾ ਗਏ ਹੋ। ਤਾਂ ਹੁਣ ਤੁਸੀਂ ਕਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਸੇਲ ਖਰੀਦ ਸਕਦੇ ਹੋ ਕਿ ਜੀ ਮੈਂ ਵੇਖੋ ਕਿਸੇ ਕੋਲ ਬੱਕਰੀ ਲੈ ਲਵਾਂ 3 ਲੱਖ ਦੀ ਤੇ ਮੈਂ ਕਹਾਂ ਹਾਂ ਕੀ ਸੰਧੂ ਤੂੰ ਵੇਚ ਲੇਗਾ 4 ਲੱਖ ਦੀ, ਤੂੰ 4.5 ਲੱਖ ਦੀ ਵੇਚ ਲੇਗਾ ਤੇ ਆਪਣੇ ਆਪ ਨੂੰ ਭਾਵੇਂ ਮੈਂ 5 ਵਾਰੀ 4.5 ਲੱਖ ਦੀ ਵੇਚ ਜਾਵਾਂ, ਪਤਾ ਤੇ ਉਦੋਂ ਲੱਗਣਾ ਜਦੋਂ ਤੁਸੀਂ ਮਾਰਕੀਟ ਜਾ ਕੇ ਬੱਕਰੀ ਹੋਣੇ ਦੀ ਸੇਲ ਕਰਨੀ ਹੈ। ਲਿਹਾਜ਼ਾ ਇਹ ਚੀਜ਼ਾਂ ਮੇਨ ਨੇ ਜਿਨ੍ਹਾਂ ਦੇ ਉੱਤੇ ਤੁਹਾਡਾ ਫੋਕਸ ਹੋਣਾ ਚਾਹੀਦਾ। ਉਸ ਤੋਂ ਬਾਅਦ ਤੀਸਰੀ ਜਿਹੜੀ ਮੇਨ ਤੇ ਇੰਪੋਰਟੈਂਟ ਚੀਜ਼ ਆ ਜਾਂਦੀ ਉਹ ਇਹ ਹੈ ਕਿ ਅਗਰ ਤੁਸੀਂ ਮਾਰਕੀਟ ਵਿੱਚ ਜਾ ਕੇ ਉਹ ਬੱਕਰੀ ਸੇਲ ਨਹੀਂ ਕਰਦੇ, ਤੁਸੀਂ ਐਜ਼ ਏ ਗੋਸ਼ਤ ਦੇ ਹਿਸਾਬ ਦੇ ਨਾਲ ਵੀ ਤੁਸੀਂ ਬੱਕਰੀ ਸੇਲ ਕਰਦੇ ਹੋ, ਜ਼ਿਬਾ ਕਰਕੇ ਵੀ, ਤੇ ਤੁਹਾਨੂੰ ਉਸ ਗੋਸ਼ਤ ਦੇ ਹਿਸਾਬ ਦੇ ਨਾਲ ਵੀ ਉਹਦੇ 'ਚੋਂ ਪ੍ਰੋਫਿਟ ਆਉਣਾ ਚਾਹੀਦਾ ਹੈ। ਮਤਲਬ ਅਗਰ ਤੁਸੀਂ ਆਪਣਾ ਮਾਲ ਕਿਸੇ ਕਸਾਈ ਨੂੰ ਦਿੰਦੇ ਹੋ ਨਾ, ਕਿਸੇ ਅੱਛੇ ਕਸਾਈ ਨੂੰ ਦਿੰਦੇ ਹੋ ਜਾਂ ਕਿਸੇ ਰੈਸਟੋਰੈਂਟਾਂ ਤੇ ਲਾ ਦਿੰਦੇ ਹੋ, ਜਿਹੜੇ ਮਤਲਬ ਕਿ ਸ਼ਾਦੀ ਹਾਲਾਂ ਦੇ ਵਿੱਚ ਅੱਜ ਕੱਲ੍ਹ ਬੱਕਰੀਆਂ ਦਾ ਗੋਸ਼ਤ ਇਹ ਉਹ ਚੱਲ ਰਿਹਾ, ਉੱਥੇ ਵੀ ਅਗਰ ਲਗਾਉਂਦੇ ਹੋ ਤੇ ਤੁਹਾਨੂੰ ਉੱਥੇ ਵੀ ਪ੍ਰੋਫਿਟ ਆਉਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਦੋਂ ਹਾਸਲ ਹੋਣਗੀਆਂ ਜਦੋਂ ਤੁਸੀਂ ਮਾਰਕੀਟ ਦੇ ਵਿੱਚੋਂ ਜਾਨਵਰ ਸਸਤਾ ਲਓਗੇ।
ਤੇ ਅਗਰ ਮਾਰਕੀਟ ਦੇ ਵਿੱਚ ਉਹੀ ਜਾਨਵਰ ਤੁਸੀਂ ਮਹਿੰਗਾ ਲੈ ਲੋਗੇ ਤਾਂ ਤੁਸੀਂ ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਪੀਟ ਕਰ ਸਕੋਗੇ। ਸਾਡੇ ਮੁਲਕ ਵਿੱਚ ਗੋਟ ਫਾਰਮਿੰਗ ਨੇ ਅੱਜ ਤੱਕ ਤਰੱਕੀ ਨਹੀਂ ਕੀਤੀ ਹੈ। ਉਹਦੀ ਸਭ ਤੋਂ ਪਹਿਲੀ ਮੇਨ ਵਜ੍ਹਾ ਹੀ ਇਹੀ ਹੈ ਕਿ ਅਸੀਂ ਮਾਰਕੀਟ ਨੂੰ ਫਾਲੋ ਨਹੀਂ ਕਰਦੇ, ਅਸੀਂ ਗੱਲਾਂ ਨੂੰ ਫਾਲੋ ਕਰਨੇ ਆ। ਅਸੀਂ ਤੁਹਾਡੀ ਮੇਰੀ ਸੁਣ ਲਈ, ਉਹਨੇ ਕਿਹਾ ਜੀ ਮੇਰੀ ਬੱਕਰੀ ਨੇ ਇੰਨੇ ਕਿਲੋ ਦੁੱਧ ਕਰ ਦਿੱਤਾ, ਮੇਰੀ ਬੱਕਰੀ ਇੰਨੇ ਦੀ ਵਿਕ ਗਈ, ਤੇਰੀ ਬੱਕਰੀ ਉਹਨੇ ਦੀ ਵਿਕ ਗਈ, ਫਲਾਣੀ ਬਲੱਡ ਲਾਈਨ, ਢਿੰਗੜੀ ਬਲੱਡ ਲਾਈਨ। ਦੇਖੋ ਬਲੱਡ ਲਾਈਨ ਦਾ ਮਤਲਬ ਇਹ ਹੁੰਦਾ ਜਿਹੜੀ ਇੰਟਰਨੈਸ਼ਨਲ ਤੌਰ ਤੇ ਇੰਪੋਰਟ ਕੀਤੀ ਜਾਏ। ਬਲੱਡ ਲਾਈਨ ਪਾਕਿਸਤਾਨ ਦੇ ਵਿੱਚ ਬਲੱਡ ਲਾਈਨ ਤਾਂ ਹੈ ਹੀ ਕੋਈ ਨਹੀਂ। ਵੇਖੋ ਮੈਂ ਕਹਾਂਗਾ ਜੀ ਮੇਰੇ ਘਰ ਸੰਧੂ ਗੋਟ ਫਾਰਮ ਦੇ ਜਾਨਵਰ ਨੇ ਜੀ, ਸੰਧੂ ਗੋਟ ਫਾਰਮ ਦੀ ਬਲੱਡ ਲਾਈਨ ਹੋ ਗਈ। ਮੈਂ ਪਹਿਲੀ ਆਪਣੀ ਮਿਸਾਲ ਦੇ ਰਿਹਾ ਵਾਂ ਕਿ ਮੈਂ ਕਹਾਂਗਾ ਜੀ ਮੇਰੇ ਕੋਲ ਸੰਧੂ ਗੋਟ ਫਾਰਮ ਹੈ, ਇਹ ਸੰਧੂ ਗੋਟ ਫਾਰਮ ਵਾਲਿਆਂ ਦੀ ਬਲੱਡ ਲਾਈਨ ਹੋ ਗਈ। ਫਲਾਣੇ ਕੋਲ ਫਲਾਣੇ ਜਾਨਵਰ ਨੇ, ਉਹ ਫਲਾਣੀ ਬਲੱਡ ਲਾਈਨ ਹੋ ਗਈ। ਫਲਾਣੇ ਕੋਲ ਫਲਾਣੇ ਜਾਨਵਰ ਨੇ, ਉਹ ਫਲਾਣੀ ਬਲੱਡ ਲਾਈਨ। ਵੇਖੋ ਮੇਰੀ ਗੱਲ ਨੂੰ ਬਾਅਦ ਵਿੱਚੋਂ ਫਿਰ ਸੁਣ ਲੈਣਾ ਗੌਰ ਨਾਲ। ਤਨਕੀਦ ਕਰਨ ਵਾਲੇ ਥੱਲੇ ਆ ਕੇ ਤਨਕੀਦ ਕਰ ਜਾਣਗੇ, ਉਹਦੇ ਨਾਲ ਮੈਨੂੰ ਕੋਈ ਮਸਲਾ ਨਹੀਂ ਹੈ, ਲੇਕਿਨ ਗੱਲ ਗੌਰ ਨਾਲ ਸੁਣਨਾ। ਮੈਂ ਕਹਿਣਾ ਕੀ ਚਾਹ ਰਿਹਾ, ਬਲੱਡ ਲਾਈਨ ਉਹ ਹੈ ਜਿਵੇਂ ਹੁਣ ਇੰਟਰਨੈਸ਼ਨਲ ਬਲੱਡ ਲਾਈਨ ਹੈ। ਵੇਖੋ ਜਿਹਦੀ ਇੰਟਰਨੈਸ਼ਨਲ ਤੌਰ ਤੇ ਡਿਮਾਂਡ ਹੈ। ਬੋਰ ਗੋਟ ਹੋ ਗਈ, ਇੰਡੀਆ ਦੇ ਉੱਪਰ ਬੜੇ ਵੱਡੇ ਮਤਲਬ ਕਿ ਪੈਮਾਨੇ ਦੇ ਉੱਪਰ ਇਹਦੇ ਉੱਪਰ ਕੰਮ ਕੀਤਾ ਜਾ ਰਿਹਾ। ਸੈਨਨ, ਇਹਨਾਂ ਨੂੰ ਇੰਟਰਨੈਸ਼ਨਲ ਬਲੱਡ ਲਾਈਨ ਕਿਹਾ ਜਾਂਦਾ, ਜਿਹਨਾਂ ਕਿ ਪੂਰੀ ਦੁਨੀਆ ਤੇ ਇਹਨਾਂ ਦੀ ਡਿਮਾਂਡ ਹੈ। ਹੁਣ ਸਾਡੀ ਬੱਕਰੀ ਦੀ ਡਿਮਾਂਡ ਕਿੱਥੇ ਵੇ? ਸਾਡੀ ਬੱਕਰੀ ਦੀ ਡਿਮਾਂਡ ਉੱਥੇ ਵੇ ਜਿੱਥੇ ਕੋਈ ਮੇਰੇ 4 ਜਾਨਣ ਵਾਲੇ ਨੇ, ਉੱਥੇ ਮੇਰੀ ਬੱਕਰੀ ਦੀ ਡਿਮਾਂਡ ਹੈ। ਜਿੱਥੇ ਕੋਈ ਕਿਸੇ ਹੋਰ ਦੇ 4 ਜਾਨਣ ਵਾਲੇ ਨੇ, ਉੱਥੇ ਉਹਦੀ ਬੱਕਰੀ ਦੀ ਡਿਮਾਂਡ ਹੈ। ਜਿੱਥੇ ਕੋਈ ਤੁਹਾਡੇ 4 ਜਾਨਣ ਵਾਲੇ ਨੇ, ਉੱਥੇ ਉਹਦੀ ਬੱਕਰੀ ਦੀ ਡਿਮਾਂਡ ਹੈ। ਇਹਨੂੰ ਡਿਮਾਂਡ ਨਹੀਂ ਕਿਹਾ ਜਾਂਦਾ, ਇਹਨੂੰ ਪਸੰਦੀਦਗੀ ਕਹਿ ਲਓ ਤੁਸੀਂ, ਇਹਨੂੰ ਮੁਹੱਬਤ ਕਹਿ ਲਓ ਤੁਸੀਂ, ਇਹਨੂੰ ਸਾਡਾ ਜਾਨਵਰਾਂ ਨਾਲ ਪਿਆਰ ਕਹਿ ਲਓ ਤੁਸੀਂ। ਹਕੀਕਤ ਜਿਹੜੀ ਉਹ ਇਹੀ ਹੈ। ਬਲੱਡ ਲਾਈਨ ਉਹ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕਰੇ। ਤੇ ਸਾਡੇ ਅੱਜ ਤੱਕ ਦੱਸੋ ਕਿਹੜੇ ਜਾਨਵਰ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕੀਤਾ? ਮੀਟ 'ਚ ਦੱਸ ਦਿਓ ਕਿ ਕਿਸੇ ਨੇ ਗੋਸ਼ਤ 'ਚ ਬੋਰ ਨੂੰ ਕੰਪੀਟ ਕੀਤਾ ਹੋਏ। ਸੈਨਨ ਦੱਸ ਦਿਓ ਕਿ ਸੈਨਨ ਨੂੰ ਕਿਸੇ ਨੇ ਦੁੱਧ 'ਚ ਕੰਪੀਟ ਕੀਤਾ ਹੋਏ। 20 ਕਿਲੋ ਦੁੱਧ ਇੱਕ ਦਿਨ ਦਾ ਤੇ ਬੰਦੇ ਜਿਹੜੇ ਨੇ ਉਹ ਭਰਾ ਕੇ ਮੇਲਿਆਂ ਤੇ ਚਵਾ ਕੇ ਤੇ ਬੜੀਆਂ ਬੜਕਾਂ ਮਾਰਦੇ ਨੇ, ਢੋਲ ਵਜਾਉਂਦੇ ਫਿਰਨਗੇ, ਬੜਾ ਕੁਝ ਕਰਦੇ ਫਿਰਨਗੇ। 20 ਕਿਲੋ ਦੁੱਧ ਚੋਲਿਆ, ਫਲਾਨ ਕਰ ਲਿਆ, ਇਹ ਕਰ ਲਿਆ। ਲੇਕਿਨ ਹਕੀਕਤ ਵਿੱਚ ਦੱਸੋ ਕਿਸੇ ਨੇ ਕਿਸ ਚੀਜ਼ ਨੂੰ ਕੰਪੀਟ ਵੀ ਕੀਤਾ ਜਾਂ ਨਹੀਂ ਕੀਤਾ ਹੈ? ਉਹ ਕਿਉਂ ਨਹੀਂ ਕੀਤਾ? ਕਿਉਂਕਿ ਸਾਡੇ ਮੁਲਕ ਦੇ ਵਿੱਚ ਸਿਰਫ ਇਹ ਸੀਨ ਹੈ ਕਿ ਮੈਂ ਕਮਾ ਲਵਾਂ, ਅਗਲਾ ਜਿਹੜਾ ਜਾਂਦਾ ਰੁੜਦਾ ਤੇ ਰੁੜ ਜਾਵੇ। ਇੱਥੇ ਕੋਈ ਸੀਨ ਨਹੀਂ ਹੈ। ਦੂਸਰੇ ਨੰਬਰ ਤੇ ਆ ਜਾਂਦਾ ਹੈ ਕਿ ਬੱਕਰੀ ਨੂੰ ਤੁਸੀਂ ਮਾਰਕੀਟ 'ਚ ਸੇਲ ਕਰਨਾ। ਫਿਰ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਤੁਸੀਂ ਇੱਕ ਜਦੋਂ ਮਿਕਦਾਰ 'ਚ ਲੈ ਕੇ ਚਲੋਗੇ, ਇੱਕ ਚੀਜ਼ ਨੂੰ ਤੁਸੀਂ ਇੱਕ ਲਿਮਟ 'ਚ ਰੱਖੋਗੇ ਨਾ, ਫਿਰ ਤੁਹਾਡਾ ਮਕਸਦ ਹੈ ਗੋਟ ਫਾਰਮਿੰਗ ਹੈ। ਤੁਸੀਂ ਅਗਰ ਫਰਜ਼ ਕਰੋ 20 ਬੱਕਰੀਆਂ ਤੋਂ ਸ਼ੁਰੂ ਕਰ ਰਹੇ ਹੋ ਨਾ, ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਯਾਰ ਮੈਂ 50 ਤੱਕ ਲੈ ਕੇ ਜਾਵਾਂਗਾ, ਮੈਂ ਉਹਨੂੰ 100 ਤੱਕ ਲੈ ਕੇ ਜਾਵਾਂਗਾ। ਐਜ਼ ਏ ਸ਼ੌਕ ਤੇ ਤੁਸੀਂ ਇਹਨੂੰ ਨਹੀਂ ਨਾ ਵਧਾ ਸਕਦੇ ਹੈ। ਇਹ ਆ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਫਾਲੋ ਕਰੋਗੇ ਅਗਰ ਤੁਸੀਂ ਬੱਕਰੀ ਫਾਰਮਿੰਗ ਦੇ ਵਿੱਚ ਕਾਰੋਬਾਰ ਦੇ ਲਿਹਾਜ਼ ਨਾਲ ਫਾਲੋ ਕਰਨਾ ਹੈ। ਮੇਨ ਚੀਜ਼ ਤੁਹਾਡੀ ਹੈ ਇਹ ਤੁਹਾਡੀ ਖੁਰਾਕ ਜਿਹੜੀ ਹੈ ਉਹ ਆਪਣੀ ਹੋਣੀ ਚਾਹੀਦੀ ਹੈ। ਥੋੜਾ ਬਹੁਤ ਮੈਂ ਇਸ ਚੀਜ਼ ਉੱਪਰ ਐਗਰੀ ਕਰ ਜਾਵਾਂਗਾ। ਅਗਰ ਤੁਹਾਡੀ ਖੁਰਾਕ 10 ਰੁਪਏ ਮਹਿੰਗੀ ਵੀ ਹੈ, ਨੋ ਪ੍ਰੋਬਲਮ, ਲੇਕਿਨ ਉਹ ਬਸ਼ਰਤੇ ਕਿ ਤੁਸੀਂ ਆਪ ਬਣਾਓ। ਫਾਇਦਾ ਇਹ ਕਿ ਆਪ ਬਣਾਓ। ਅਗਰ ਤੁਸੀਂ ਖੁਰਾਕ ਵੀ ਬਾਹਰੋਂ ਖਰੀਦਣੀ ਹੈ, ਜਾਨਵਰ ਵੀ ਬਾਹਰੋਂ ਮਹਿੰਗੇ ਲੈ ਲੈਣੇ ਨੇ, ਤੇ ਫਿਰ ਤੁਸੀਂ ਫਾਇਦਾ ਕੋਈ ਨਹੀਂ ਲੈਣਾ। ਫਿਰ ਐਵੇਂ ਸਮਝ ਲਓ ਕਿ ਆਪਣੇ ਟਾਈਮ ਹੀ ਜ਼ਾਇਆ ਕਰ ਰਹੇ ਹੋ। ਤੇ ਟਾਈਮ ਜ਼ਾਇਆ ਕਰਨ ਨਾਲੋਂ ਬਿਹਤਰ ਹੈ ਕਿ ਤੁਸੀਂ ਇਹਨੂੰ ਛੱਡ ਕੇ ਕੋਈ ਹੋਰ ਕੰਮ ਕਰ ਲਓ ਜਿਹੜਾ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ। ਅਗਰ ਬੱਕਰੀ ਫਾਰਮਿੰਗ ਕਰਨੀ ਹੈ ਤੇ ਤੁਸੀਂ ਸਿੰਘ, ਅੱਖ, ਨੱਕ, ਕੰਨ, ਫਲਾਣ ਇਹ ਉਹ ਹਰ ਚੀਜ਼ ਨੂੰ ਭੁੱਲ ਜਾਓ। ਮੈਂ ਕਰਨਾ ਵੀ ਮੈਂ ਬੱਕਰੀ ਫਾਰਮਿੰਗ ਅਲਹਮਦੁਲਿਲਾ ਮੈਂ ਸ਼ੌਕ ਨਾਲ ਰੱਖੀਆਂ ਨੇ। ਸ਼ੌਕ 'ਚ ਮੈਂ ਸਾਰੀਆਂ ਚੀਜ਼ਾਂ ਵੇਚਦਾ ਵੀ ਹੋਵਾਂਗਾ, ਲੇਕਿਨ ਮੈਂ ਸ਼ੌਕ 'ਚ ਵੀ ਕਦੀ ਏਡਾ ਮਹਿੰਗਾ ਜਾਨਵਰ ਨਹੀਂ ਅਲਹਮਦੁਲਿਲਾ ਲਿਆ ਹੈ। ਸ਼ੌਕ ਵਿੱਚ ਤੁਹਾਡਾ ਜਦੋਂ ਤੁਸੀਂ ਹੁਣ ਆ ਜਾਂਦੇ ਜੀ ਸ਼ੌਕ ਫਾਰਮਿੰਗ ਦਾ ਮਤਲਬ ਹੈ ਕਿ ਯਾਰ ਮੈਂ ਆਪਣੇ ਘਰ ਦੀ ਛੱਤ ਜਿਵੇਂ ਆਪਣੀ ਤਾਕਤ ਦੇ ਮੁਤਾਬਕ ਅੱਲਾਹ ਤਾਲਾ ਨੇ ਅਗਰ ਮੈਨੂੰ ਤਾਕਤ ਦਿੱਤੀ 10 ਜਾਨਵਰਾਂ ਦੀ ਤੇ ਮੈਂ 10 ਜਾਨਵਰ ਰੱਖ ਸਕਣਾ ਵਾ। ਅੱਲਾਹ ਤਾਲਾ ਨੇ ਅਗਰ ਮੈਨੂੰ ਤਾਕਤ ਦਿੱਤੀ 2 ਜਾਨਵਰਾਂ ਦੀ ਤੇ ਮੈਂ 2 ਜਾਨਵਰ ਰੱਖ ਸਕਣਾ ਵਾ। ਉਹਦੇ ਵਿੱਚ ਵੀ ਮੁਖਤਲਿਫ ਚੀਜ਼ਾਂ ਆ ਜਾਂਦੀਆਂ ਨੇ। ਹੁਣ ਮੈਂ ਬੱਕਰੀਆਂ ਇਸ ਤੋਂ ਰੱਖੀਆਂ ਨੇ ਆਪਣੇ ਘਰ ਵਿੱਚ ਕਿ ਜਦੋਂ ਮੈਂ ਛੁੱਟੀ ਜਾਵਾਂਗਾ ਪਾਕਿਸਤਾਨ, ਮੇਰਾ ਜ਼ਿਆਦਾ ਟਾਈਮ ਬਾਹਰ ਨਾ ਗੁਜ਼ਰੇ। ਮੇਰਾ ਜਿਹੜਾ ਕੋਈ ਟਾਈਮ ਹੋਏ ਆਪਣੇ ਘਰ ਨਾਲ ਡਿਪੈਂਡ ਹੋਏ। ਉਸ ਤੋਂ ਬਾਅਦ ਜਿਹੜਾ ਕੁਝ ਟਾਈਮ ਅਗਰ ਮੇਰਾ ਨਿਕਲਦਾ ਹੈ ਤੇ ਉਹ ਮੈਂ ਆਪਣੀਆਂ ਬੱਕਰੀਆਂ ਦੇ ਨਾਲ ਸਪੈਂਡ ਕਰਾਂ। ਮੈਂ ਜ਼ਿਆਦਾਤਰ ਟਾਈਮ ਬਾਹਰ ਨਾ ਗੁਜ਼ਾਰਾਂ। ਇਹ ਆ ਜਾਂਦਾ ਸ਼ੌਕ ਮੈਨੂੰ। ਮਤਲਬ ਕਿ ਹੋਰ ਇਸ ਤਰ੍ਹਾਂ ਦਾ ਤਾਂ ਕੋਈ ਸ਼ੌਕ ਨਹੀਂ ਹੈ ਕਿ ਯਾਰ ਮੈਂ ਆਪਣੀ ਇਨਵੈਸਟਮੈਂਟ ਕਿਸੇ ਗਲਤ ਜਗ੍ਹਾ ਤੇ ਕਰਾਂ। ਕੁਝ ਬੰਦੇ ਨੂੰ ਗੱਡੀਆਂ ਦੇ, ਕਾਰਾਂ ਦੇ, ਇਹ ਉਹ ਸ਼ੌਕ ਹੁੰਦੇ ਨੇ, ਲੇਕਿਨ ਮੈਨੂੰ ਇਸ ਚੀਜ਼ ਦਾ ਸ਼ੌਕ ਹੈ ਕਿ ਯਾਰ ਮੈਂ ਬੱਕਰੀ ਫਾਰਮਿੰਗ ਵਿੱਚ ਅੱਛੇ ਜਾਨਵਰ ਮੇਰੇ ਕੋਲ ਹੋਣੇ ਚਾਹੀਦੇ ਨੇ, ਇਹ ਹੋਣਾ ਚਾਹੀਦਾ ਅੱਛੇ ਜਾਨਵਰ। ਉਹ ਅਗਰ ਮੈਂ ਇਸੇ ਹੀ ਬਿਜ਼ਨਸ ਨੂੰ ਕੰਮ ਨੂੰ ਬਿਜ਼ਨਸ ਦੇ ਤਰ੍ਹਾਂ ਲੈ ਕੇ ਜਾਵਾਂਗਾ, ਫਿਰ ਮੈਂ ਅੱਛੇ ਜਾਨਵਰ ਨਹੀਂ ਵੇਖਾਂਗਾ। ਫਿਰ ਮੈਂ ਵੇਖਾਂਗਾ ਕਿ ਯਾਰ ਮੈਨੂੰ ਸਸਤਾ ਜਾਨਵਰ ਕਿਹੜਾ ਮਿਲ ਰਿਹਾ, ਕਿਹੜਾ ਜਾਨਵਰ ਮੈਨੂੰ ਇਸ ਜਾਨਵਰ ਨਾਲੋਂ ਜ਼ਿਆਦਾ ਗੋਸ਼ਤ ਦੇਗਾ, ਕਿਹੜਾ ਜਾਨਵਰ ਮੈਨੂੰ ਇਸ ਜਾਨਵਰ ਨਾਲੋਂ ਜ਼ਿਆਦਾ ਦੁੱਧ ਦੇਗਾ। ਫਿਰ ਮੈਂ ਸਿੰਘ, ਅੱਖ, ਨੱਕ, ਕੰਨ ਨੂੰ ਇੱਕ ਸਾਈਡ ਤੇ ਕਰ ਦਾਂਗਾ। ਮੈਨੂੰ ਫਿਰ ਇਹਨਾਂ ਦੀ ਜ਼ਰੂਰਤ ਨਹੀਂ। ਮੈਨੂੰ ਫਿਰ ਸਿੰਘ ਛੋਟੇ ਵੀ ਨੇ ਤੇ ਚੱਲ ਜਾਣਗੇ, ਸਿੰਘ ਵੱਡੇ ਨੇ ਵੀ ਚੱਲ ਜਾਣਗੇ, ਸਿੰਘ ਚੌੜੇ ਵੀ ਨੇ ਤੇ ਚੱਲ ਜਾਣਗੇ, ਸਿੰਘ ਬੰਦ ਨੇ ਵੀ ਤੇ ਚੱਲ ਜਾਣਗੇ, ਕੰਨ ਛੋਟੇ ਨੇ ਫਿਰ ਵੀ ਚੱਲ ਜਾਣਗੇ। ਮੈਨੂੰ ਸਿਰਫ ਫਿਰ ਮਤਲਬ ਹੋਣਾ ਹੈ ਕੀਮਤ ਦੇ ਨਾਲ ਕਿ ਕੀਮਤ ਸਸਤੀ ਕਿਹਦੀ ਹੈ। ਅੱਛਾ ਜਾਨਵਰ ਹੈ। ਅਗਰ ਤੁਸੀਂ ਸ਼ੌਕ ਕਰਨਾ 100 ਬਿਸਮਿਲ੍ਲਾ ਜਿੰਨੇ ਦਾ ਮਰਜ਼ੀ ਲਓ। ਅਗਰ ਬਿਜ਼ਨਸ ਕਰਨਾ ਤੇ ਬਿਜ਼ਨਸ ਵਾਸਤੇ ਤੁਹਾਨੂੰ ਬਿਲਕੁਲ
ਲੋਅਰ ਕੀਮਤ ਵਾਲੇ ਜਾਨਵਰ ਚਾਹੀਦੇ ਨੇ ਜਿਹੜੇ ਤੁਹਾਨੂੰ ਪ੍ਰੋਫਿਟ ਦੇਣ। ਉਹ ਮਾਰਕੀਟ 'ਚ ਤੁਹਾਨੂੰ ਜਦੋਂ ਮਰਜ਼ੀ ਮਿਲ ਜਾਣਗੇ। ਉਸ ਤੋਂ ਬਾਅਦ ਆ ਜਾਂਦਾ ਹੈ ਸ਼ੌਕ ਫਾਰਮਿੰਗ ਦੇ ਵਿੱਚ ਮੇਨ ਮਕਸਦ ਤੁਹਾਡਾ ਜਿਹੜਾ ਮੁਨਾਫਾ ਮੇਨ ਬੁਨਿਆਦੀ ਮਕਸਦ ਨਹੀਂ ਹੁੰਦਾ, ਉਹ ਤੁਹਾਡਾ ਸ਼ੌਕ ਹੈ। ਅਗਰ ਤੁਹਾਨੂੰ ਫਾਇਦਾ ਮਿਲ ਰਿਹਾ ਤਾਂ 100 ਬਿਸਮਿਲ੍ਲਾ, ਨਹੀਂ ਮਿਲ ਰਿਹਾ ਤਾਂ ਤੁਹਾਡਾ ਸ਼ੌਕ ਹੈ, ਤੁਸੀਂ ਰੱਖੀਆਂ ਨੇ, ਨੋ ਪ੍ਰੋਬਲਮ। ਉਹ ਤੁਹਾਨੂੰ ਇਹਦੇ ਤੇ ਕੋਈ ਇਹਦਾ ਮਤਲਬ ਕਿ ਨਹੀਂ ਕਰ ਸਕਦਾ। ਫਿਰ ਤੁਸੀਂ ਸ਼ੌਕ ਨੂੰ 1 ਤੋਂ 5 ਬੱਕਰੀਆਂ ਤੱਕ ਲੈ ਕੇ ਜਾ ਸਕਦੇ ਹੋ, 10 ਤੱਕ ਵੀ ਲੈ ਜਾ ਸਕਦੇ ਹੋ। ਕੋਈ ਬੰਦੇ ਨੇ ਉਹਨਾਂ ਨੇ 50 ਬੱਕਰੀਆਂ ਵੀ ਉਹ ਕਹਿੰਦੇ ਨੇ ਸ਼ੌਕ ਨਾਲ ਰੱਖੀਆਂ ਨੇ। ਹਰ ਬੰਦੇ ਦੀ ਆਪਣੀ ਆਪਣੀ ਤਾਕਤ ਹੈ। ਅੱਲਾਹ ਤਾਲਾ ਨੇ ਜਿੰਨੀ ਬੰਦੇ ਨੂੰ ਤਾਕਤ ਦਿੱਤੀ, ਉਸ ਤਾਕਤ ਦੇ ਮੁਤਾਬਿਕ ਅੱਲਾਹ ਤਾਲਾ ਨੇ ਉਹਨਾਂ ਨੂੰ ਤਾਕਤ ਦਿੱਤੀ ਤੇ ਉਹਨਾਂ ਨੇ ਉਸ ਤਾਕਤ ਦੇ ਮੁਤਾਬਿਕ ਆਪਣੇ ਕੋਲ ਜਾਨਵਰ ਰੱਖੇ ਨੇ। ਉਸ ਤੋਂ ਬਾਅਦ ਆ ਜਾਂਦੇ ਨੇ ਜੀ ਬੱਕਰੀਆਂ ਬੰਦਿਆਂ ਨੂੰ ਫਸਾਉਂਦੇ ਕਿਸ ਤਰ੍ਹਾਂ ਨੇ, ਗੈਰ ਮਤਲਬ ਕਿ ਬਗੈਰ ਜ਼ਰੂਰੀ ਤਰੀਕੇ ਦੇ ਨਾਲ। ਇੱਕ ਨਾਰਮਲ ਜਿਹੜੀ ਪਾਕਿਸਤਾਨ 'ਚ ਬਰੀਡ ਚੱਲ ਰਹੀ ਹੈ, ਪਾਕਿਸਤਾਨ 'ਚ ਨਾਰਮਲ ਬਰੀਡ ਹੈ ਨਾ ਬੀਤਲ, ਉਹਦੀ ਅਗਰ ਸਟੈਂਡਸ ਆ ਜਾਂਦੇ ਕਿੰਨੀਆਂ ਉਹਦੀਆਂ ਆਈ ਜਾਂਦੀਆਂ ਨੇ ਸਟੈਂਡਸ, ਜਿਹਦੇ ਵਿੱਚ ਆ ਜਾਂਦੀ ਹੈ ਮੱਖੀ ਚੀਨੀ, ਉਸ ਤੋਂ ਬਾਅਦ ਰਾਜਨਪੁਰੀ, ਕਮੋਰੀ, ਮਤਲਬ ਕਿ ਅੱਗੋਂ ਕਿੰਨੀਆਂ ਉਹਦੀਆਂ ਆਪਣੀਆਂ ਸਟੈਂਡਸ ਬਣ ਜਾਂਦੀਆਂ ਨੇ। ਉਹਦੇ ਉਹਨੂੰ ਹੁਣ ਤੁਸੀਂ ਵੇਖੋ ਜਾਨਵਰ ਕੋਈ ਖਰੀਦਦੇ ਹੋ, ਤੁਹਾਨੂੰ ਹੁਣ ਕਿ ਜੀ ਇਹ ਬੱਕਰੀ ਵੇਖੋ ਇਹ ਫਲਾਣੇ ਘਰ ਦੀ ਤੇ ਫਲਾਣੇ ਇਹ ਦੀ ਤੇ ਫਲਾਣੇ ਉਹ ਦੀ, ਤੇ ਇਹ ਬੱਕਰੀ ਜਿਹੜੀ ਏ ਐਂਡ ਤੇ ਸਿੰਘ ਵੇਖੋ ਜੀ, ਇਹਦੇ ਕੰਨ ਵੇਖੋ ਜੀ, ਇਹਦਾ ਨੱਕ ਵੇਖੋ ਜੀ, ਇਹਦਾ ਕੱਦ ਵੇਖੋ ਜੀ, ਇਹ ਫਲਾਣ ਵੇਖੋ ਜੀ, ਇਹ ਵੇਖੋ ਜੀ, ਉਹ ਵੇਖੋ ਜੀ। ਹੁਣ ਇੱਕ ਬੱਕਰੀ ਏ, ਮੈਂ ਅਕਸਰ ਇਹ ਗੱਲ ਕਰਨਾ ਵਾ, ਇੱਕ ਬੱਕਰੀ ਏ ਤੁਸੀਂ ਫਰਜ਼ ਕਰੋ 40 ਹਾਈਟ ਉਹਦੀ, ਠੀਕ ਹੈ, ਸਿੰਘ ਉਹਦੇ ਵੱਡੇ ਨੇ, ਕੰਨ ਵੀ ਉਹਦੇ ਵੱਡੇ ਨੇ, ਕੱਦ ਵੀ ਉਹਦਾ ਠੀਕ ਹੈ, ਮਤਲਬ ਕਿ ਜੋ ਜੋ ਚੀਜ਼ ਪੁਆਇੰਟ ਮੰਨੇ ਜਾਂਦੇ ਨੇ ਉਹ ਸਾਰੇ ਪੁਆਇੰਟ ਉਹਦੇ ਵਿੱਚ ਪੂਰੇ ਨੇ। ਹੁਣ ਇੱਕ ਬੱਕਰੀ ਹੈ 35-36 ਹਾਈਟ ਦੀ ਹੈ, ਸਿੰਘ ਉਹਦੇ ਖੁੱਲੇ ਨੇ, ਕੰਨ ਉਹਦੇ ਛੋਟੇ ਨੇ। ਹੁਣ ਉਹ ਬੱਕਰੀ ਵੀ ਜਿਹੜੀ 3 ਕਿਲੋ ਦੁੱਧ ਕਰ ਰਹੀ ਹੈ, ਉਹ ਤੁਹਾਡੀ ਹਾਈਟ ਵਾਲੀ ਬੱਕਰੀ ਜਿਹੜੀ ਹੈ ਜਿਹਦੇ ਤੁਸੀਂ ਸਾਰੇ ਪੁਆਇੰਟ ਪੂਰੇ ਗਿਣਦੇ ਪਿਓ, ਉਹ ਵੀ 2-3 ਕਿਲੋ ਦੁੱਧ ਕਰ ਰਹੀ ਹੈ। ਹੁਣ ਉਸ ਬੱਕਰੀ ਦੀ ਮਾਰਕੀਟ ਦੇ ਵਿੱਚ ਕੀਮਤ 45,000 ਰੁਪਇਆ 60,000 ਰੁਪਇਆ ਬੱਚਿਆਂ ਤੋਂ ਬਗੈਰ ਮਿਲ ਜਾਂਦੀ ਹੈ। ਫਰਜ਼ ਕਰੋ ਤੁਸੀਂ ਬੱਚਿਆਂ ਤੋਂ ਬਗੈਰ, ਮੈਂ ਤੁਹਾਨੂੰ ਕਹਿਣਾ ਪਿਆ ਵਾਂ ਕਿ ਇਹ ਵੇਖ ਲਓ, ਮੈਂ ਫਿਰ ਵੀ ਰੇਟ ਜ਼ਿਆਦਾ ਦੱਸਣਾ ਪਿਆ ਵਾਂ, ਹਾਲਾਂਕਿ ਬੱਚਿਆਂ ਦੇ ਵਿੱਚ ਵੀ 45,000 ਦੀ 60,000 ਦੀ ਬੱਕਰੀ ਮਿਲ ਜਾਂਦੀ ਹੈ। ਤੇ ਹੁਣ ਉਹ ਬੱਕਰੀ ਜਿਹੜੀ ਹੈ ਜਿਹਨੂੰ ਤੇ ਸਿੰਘ, ਕੰਨ, ਨੱਕ ਥੋੜੇ ਜਿਹਾ ਖੂਬਸੂਰਤ ਨੇ, ਉਹ ਤੁਸੀਂ 4 ਲੱਖ ਦੇ ਲੈ ਗਏ, ਉਹਨੂੰ ਤੁਸੀਂ 3 ਲੱਖ ਦੇ ਲੈ ਗਏ ਹੋ। ਤੇ ਫਿਰ ਜਦੋਂ ਤੁਸੀਂ ਕਿਸੇ ਬੰਦੇ ਨੂੰ ਸੇਲ ਕਰਦੇ ਹੋ, ਠੀਕ ਹੈ, ਜਦੋਂ ਤੁਸੀਂ ਕਿਸੇ ਬੰਦੇ ਨੂੰ ਸੇਲ ਕਰਦੇ ਹੋ ਤੁਹਾਨੂੰ ਕੀ ਕਹਿੰਦੇ ਹੋ ਜੀ, ਇਹ 2 ਲੱਖ ਦੀ ਬੱਕਰੀ ਲਾਈ ਆ, ਇਹ ਕੱਲ ਨੂੰ ਸੂਏਗੀ ਤੇ ਤੈਨੂੰ 3 ਬੱਚੇ ਦੇਗੀ, ਇੱਕ ਬੱਚਾ ਤੂੰ ਇਹਦਾ ਲੱਖ ਦਾ ਵੇਚਣਾ ਤੇ 1 ਸਾਲ ਦੇ ਵਿੱਚ ਤੂੰ ਕਰੋੜਪਤੀ ਬਣ ਜਾਣਾ। ਯਕੀਨ ਕਰ ਲਓ, ਮੇਰਾ WhatsApp ਜਿਹੜਾ ਨਾ ਉਹ ਭਰਿਆ ਪਿਆ ਮੈਸੇਜਾਂ ਦੇ ਨਾਲ। ਹੁਣ ਇੱਕ ਬੰਦੇ ਨੇ, ਮੈਂ ਨਾਮ ਨਹੀਂ ਜ਼ਾਹਰ ਕਰਦਾ, ਉਹਨਾਂ ਨੇ ਮੈਨੂੰ ਫੋਨ ਕੀਤਾ, ਉਹਨਾਂ ਨੇ ਕਿਹਾ ਅਕੀਲ ਬਈ ਇਹ ਵੇਖੋ ਇਹ ਬੱਚਾ ਹੈ, ਤਕਰੀਬਨ ਮੇਰੇ ਖਿਆਲ ਨਾਲ ਕੋਈ 2.5 ਕਿ 3 ਮਹੀਨੇ ਦਾ ਬੱਚਾ ਸੀ, ਇਹ ਮੈਂ ਬੜੇ ਨਾਮਵਰ ਘਰ ਕੋਲੋਂ ਲਿਆ। ਮੈਂ ਕਿਹਾ ਜੀ ਠੀਕ ਹੋ ਗਿਆ। ਉਹਨਾਂ ਕਿਹਾ ਜੀ ਐਡੇ ਨਾਮਵਰ ਘਰ ਕੋਲੋਂ ਮੈਂ ਬੱਚਾ ਲਿਆ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਜੀ ਤੁਸੀਂ ਇਹਨੂੰ ਸੰਭਾਲੋ, ਇਹ ਇਨਸ਼ਾਅੱਲਾ ਤਾਲਾ 48 ਤੇ ਜਾਏਗਾ, ਠੀਕ ਹੈ। ਉਹ ਬੱਚਾ ਯਕੀਨ ਕਰੋ, ਉਹ ਬੱਚਾ 2 ਦੰਦ ਹੋ ਕੇ ਵੀ 34-35 ਹਾਈਟ ਤੇ ਨਹੀਂ ਸੀ ਗਿਆ ਹੈ। ਜਦੋਂ ਉਹਨਾਂ ਨਾਲ ਰਾਬਤਾ ਕੀਤਾ, ਯਾਰ ਇਹ ਕੀ ਸੀਨ ਹੈ, ਪਹਿਲੇ ਤਾਂ 2-3 ਦਫਾ ਉਹਨਾਂ ਨੇ ਉਹਨੂੰ ਟੋਪੀ ਡਰਾਮੇ ਵੀ ਕਮਾਇਆ ਕਿ ਜੀ ਤੁਹਾਡੀ ਫੀਡ ਨਹੀਂ ਸੀ ਅੱਛੀ, ਤੁਹਾਡੀ ਕੇਅਰ ਨਹੀਂ ਸੀ ਅੱਛੀ, ਤੁਹਾਡਾ ਇਹ ਨਹੀਂ ਅੱਛਾ, ਤੁਹਾਡਾ ਉਹ ਨਹੀਂ ਅੱਛਾ। ਉਹਨਾਂ ਨੇ ਕਿਹਾ ਯਾਰ ਆ ਕੇ ਵੇਖੋ ਮੋਟਾ ਤਾਜ਼ਾ ਸਾਰਾ ਕੁਝ ਓਕੇ ਵੇ, ਲੇਕਿਨ ਇਹ ਕਿਹੜੇ ਤੁਸੀਂ ਸਾਨੂੰ ਸਿਆਪੇ ਚ ਪਾ ਦਿੱਤਾ। ਉਹਨਾਂ ਨੇ ਬਾਅਦ ਵਿੱਚ ਉਹਦਾ ਨੰਬਰ ਹੀ ਬਲਾਕ ਕਰ ਦਿੱਤਾ। ਮੇਨ ਜਿਹੜੀ ਚੀਜ਼ ਹੈ, ਉਹਨਾਂ ਦਾ ਕੰਮ ਹੈ ਆਪਣਾ ਸੌਦਾ ਸੇਲ ਕਰਨਾ। ਉਹਨਾਂ ਦਾ ਕੰਮ ਇਹਦੇ ਨਾਲ ਨਹੀਂ ਹੈ ਕਿ ਤੁਹਾਨੂੰ ਕੁਝ ਬਚਦਾ ਹੈ ਕਿ ਨਹੀਂ ਬਚਦਾ, ਨਹੀਂ ਬਚਦਾ ਤੇ ਨਾ ਬਚੇ, ਖਾਏ ਖਸਮਾਂ ਨੂੰ। ਉਹਨਾਂ ਦਾ ਕੰਮ ਹੈ ਆਪਣਾ ਸੌਦਾ ਸੇਲ ਕਰ ਲੈਣਾ ਬਸ। ਉਹਨਾਂ ਤੁਹਾਨੂੰ ਇਹ ਕਹਿ ਕੇ ਸੇਲ ਕਰ ਲੈਣਾ ਜੀ ਮੇਰੇ ਕੋਲ 2 ਲੱਖ ਦੀ ਬੱਕਰੀ ਲਾਈ ਹੋ, ਇਹਨਾਂ ਜਾ ਕੇ ਤੁਹਾਡੇ ਕੋਲ 3 ਬੱਚੇ ਦੇਣੇ ਨੇ, ਉਹ ਇੱਕ ਬੱਚਾ ਜੰਮਦਾ ਜਿਹੜਾ ਨਾ ਤੁਹਾਡਾ ਇੱਕ ਗਾਹ ਖਲੋਤੇ ਹੋਣੇ ਨੇ, ਉਹ 50 ਲੱਖ ਰੁਪਏ ਦਾ ਉਹਨਾਂ ਨੇ ਲਾਈ ਜਾਣਾ। ਉਹ ਜਦੋਂ ਤੁਸੀਂ ਉਹ ਜੰਮ ਜਾਣਾ ਨਾ ਬੱਚਾ, ਉਹ ਫਿਰ ਤੁਸੀਂ ਕਿਸੇ ਨੂੰ ਕਹਿਣਾ ਜੀ ਹੁਣ ਲੱਖ ਰੁਪਏ ਦਾ ਲਾਈਓ, ਤਾਂ ਕਿਸੇ ਨੇ ਤੁਹਾਨੂੰ ਉਸ ਬੱਚੇ ਦਾ 20 ਵੀ ਨਹੀਂ ਦੇਣਾ, ਠੀਕ ਹੈ। ਇਹ ਬਿਲਕੁਲ ਬੇਵਕੂਫਾਨਾ ਗੱਲਾਂ ਨੇ, ਜਿਨ੍ਹਾਂ ਦਾ ਸਮਝ ਲਓ ਕਿ ਮੈਂ ਸਿੱਧੀ ਗੱਲ ਕਵਾਂਗਾ, ਜਿਨ੍ਹਾਂ ਦਾ ਫੁੱਦੂ ਲੱਗਾ ਹੈ, ਠੀਕ ਹੈ, ਉਹਨਾਂ ਨੇ ਆਵਾਮ ਨੂੰ ਬੇਵਕੂਫ ਬਣਾਇਆ ਤੇ ਆਵਾਮ ਬਣੀ ਹੈ ਤੇ ਫੁੱਲ ਬਣੀ ਹੈ, ਠੀਕ ਹੈ। ਹੁਣ ਸਮਝ ਬੰਦਿਆਂ ਨੂੰ ਕਦੋਂ ਆਉਂਦੀ ਹੈ? ਸਮਝ ਬੰਦਿਆਂ ਨੂੰ ਉਦੋਂ ਆਉਂਦੀ ਜਦੋਂ ਅਗਲਾ ਘਰ ਵੇਖ ਲੈਂਦੇ ਨੇ, ਠੀਕ ਹੈ। ਇਸ ਚੀਜ਼ ਦੇ ਵਿੱਚੋਂ ਅਸੀਂ ਗੁਜ਼ਰ ਚੁੱਕੇ ਹਾਂ। ਇਹ ਵੀਡੀਓ ਬਣਾਉਂਦੇ ਹਾਂ ਰੋਜ਼ੇ ਦੇ ਨਾਲ, ਵੀਡੀਓ ਮੈਂ ਤੁਹਾਡੇ ਲਈ ਕਰ ਰਿਹਾ ਵਾਂ, ਵੀਡੀਓ ਬਣਾ ਰਿਹਾ ਵਾਂ। ਤੇ ਕਿਉਂ ਕਰ ਰਿਹਾ ਹਾਂ? ਸਿਰਫ ਇਸ ਤੋਂ ਕਰ ਰਿਹਾ ਹਾਂ ਕਿ ਯਾਰ ਜਿਹੜੀਆਂ ਚੀਜ਼ਾਂ ਅਸੀਂ ਫੇਸ ਕਰ ਚੁੱਕੇ ਹਾਂ, ਉਹ ਅੱਗੋਂ ਆਉਣ ਵਾਲੇ ਜਿਹੜੇ ਮਜ਼ੀਦ ਨਵੇਂ ਦੋਸਤ ਨੇ ਉਹ ਫੇਸ ਨਾ ਕਰਨ। ਬੱਕਰੀ ਫਾਰਮਿੰਗ ਅਗਰ ਕਰਨੀ ਹੈ ਬਿਜ਼ਨਸ ਦੇ ਤੌਰ ਦੇ ਉੱਪਰ, ਤੇ ਤੁਹਾਡਾ ਕੰਮ ਨਹੀਂ ਹੈ ਸ਼ੌਕ ਵਾਲੀ ਚੀਜ਼। ਅਗਰ ਤੁਸੀਂ ਬੱਕਰੀ ਲੈਣ ਜਾਂਦੇ ਹੋ, ਕੋਈ ਬੰਦਾ ਤੁਹਾਨੂੰ ਕਹਿੰਦਾ ਜੀ ਸ਼ੌਕ ਕਰਾ ਦੇਂਗੇ, ਤੁਹਾਨੂੰ ਆਪਣੇ ਘਰ ਹੀ ਰੱਖ, ਠੀਕ ਹੈ। ਤੇਰੇ ਕੋਲ ਬੱਕਰੀ ਲੈਣਾ ਹੈ, ਬੱਕਰੀ ਦਾ ਮੁੱਲ ਕਰ, ਪੈਸੇ ਦੱਸ, ਬਸ। ਇਹ 2-2.5 ਲੱਖ ਦੀ, 3 ਲੱਖ ਦੀ, 4 ਲੱਖ ਦੀ ਬੱਕਰੀ ਤੁਹਾਨੂੰ ਕਦੀ ਪ੍ਰੋਫਿਟ ਨਹੀਂ ਦੇ ਸਕਦੀ ਹੈ। ਤੁਸੀਂ ਇਹਨੂੰ ਤੋਂ 10 ਸਾਲ ਰੱਖ ਲਓ, ਮੈਂ ਗਰੰਟੀ ਸ਼ੁਦਾ ਗੱਲ ਕਹਿ ਦੇਣਾ ਵਾ, ਕੋਈ ਬੰਦਾ ਸਾਬਤ ਕਰਾ ਦੇਵੇ ਕਿ ਉਹਨੇ 4-4 ਲੱਖ ਦੀਆਂ ਬੱਕਰੀਆਂ ਲਈਆਂ ਹੋਣ, 4-4 ਦੀਆਂ ਬੱਕਰੀਆਂ ਲੈ ਕੇ ਤੇ 1 ਸਾਲ ਬਾਅਦ ਆਪਣਾ ਹਿਸਾਬ ਦੇਵੇ, ਜੇ ਉਹ ਪ੍ਰੋਫਿਟ ਚ ਹੋਏਗਾ ਤੁਸੀਂ ਨੀਵੇਂ ਥਾਂ ਬਈ ਜਾਵਾਂਗੇ, ਹੋ ਹੀ ਨਹੀਂ ਸਕਦਾ।
ਉਹ ਸਰ ਹੋ ਹੀ ਨਹੀਂ ਸਕਦਾ। 3 ਲੱਖ ਦੀ ਬੱਕਰੀ ਤੁਸੀਂ ਲੈਂਦੇ ਹੋ, ਸਾਲ 'ਚ ਅਗਰ ਤੁਸੀਂ 2 ਸੂਏ ਲੈਂਦੇ ਹੋ ਤਾਂ ਜੰਮਦਾ ਬੱਚਾ ਤੁਸੀਂ ਕਿਵੇਂ ਸੇਲ ਕਰ ਲੈਣਾ? ਉਹਨਾਂ ਦੀ ਖੁਰਾਕ ਸਾਰਾ ਕੁਝ ਬੜਾ ਔਖਾ ਕੰਮ ਹੈ। ਠੀਕ ਹੈ, ਤੇ ਤੁਹਾਨੂੰ ਸਾਰਾ ਕੁਝ ਵਾਜ਼ਿਆ ਕਰਕੇ ਦੱਸ ਦਿੱਤਾ ਹੈ ਕਿ ਸ਼ੌਕ ਫਾਰਮਿੰਗ ਅਲੱਗ ਚੀਜ਼ ਹੈ, ਬੱਕਰੀ ਫਾਰਮਿੰਗ ਅਲੱਗ ਚੀਜ਼ ਹੈ। ਅਗਰ ਸ਼ੌਕ ਫਾਰਮਿੰਗ ਕਰਨੀ ਹੈ, ਕੋਈ ਤੁਹਾਡੀ ਮਤਲਬ ਕਿ ਲਿਮਿਟ ਨਹੀਂ ਹੈ ਕ੍ਰੈਡਿਟ ਦੀ, ਤੁਸੀਂ ਜਿੰਨਾ ਮਰਜ਼ੀ ਆਪਣਾ ਮਹਿੰਗਾ ਜਾਨਵਰ ਲੈ ਲਓ, ਨੋ ਪ੍ਰੋਬਲਮ। ਲੇਕਿਨ ਪਲੀਜ਼ ਮਿਹਰਬਾਨੀ ਕਰਕੇ ਇਹਨੂੰ ਮਿਕਸ ਨਾ ਕਰੋ। ਮਿਕਸ ਤੋਂ ਮੁਰਾਦ ਹੈ ਕਿ ਲੋਕਾਂ ਨੂੰ ਇਸ ਗੱਲ ਦੇ ਉੱਤੇ ਬੇਵਕੂਫ ਨਾ ਬਣਾਓ ਕਿ ਜੀ ਮਹਿੰਗੀ ਬੱਕਰੀ ਲਓਗੇ ਤੇ ਜ਼ਿਆਦਾ ਪੈਸੇ ਕਮਾਓਗੇ। ਇਹ ਕੋਈ ਲੌਜੀਕ ਨਹੀਂ ਹੈ। ਮਹਿੰਗੀ ਬੱਕਰੀ ਲਓਗੇ ਤੇ ਜ਼ਿਆਦਾ ਪੈਸੇ ਕਮਾਓਗੇ, ਮਹਿੰਗੀ ਬੱਕਰੀ ਲਓਗੇ ਤੇ ਖਸਾਰਾ ਹੋਏਗਾ ਤੁਹਾਡਾ। ਦੂਸਰੇ ਨੰਬਰ ਤੇ ਜਿਹੜੇ ਬੰਦੇ ਬੱਕਰੀ ਫਾਰਮਿੰਗ ਦੇ ਵਿੱਚ ਆ ਕੇ ਕੋਸ਼ਿਸ਼ ਇਹ ਕਰਦੇ ਨੇ ਕਿ ਯਾਰ ਮੈਂ ਅੱਜ ਬੱਕਰੀ ਫਾਰਮਿੰਗ ਸਟਾਰਟ ਕਰਾਂ ਤੇ 6 ਮਹੀਨਿਆਂ ਨੂੰ ਮੈਂ ਮਾਲਾ ਮਾਲ ਹੋਈ ਜਾਵਾਂ, ਯਕੀਨ ਕਰੋ ਜਿਹੜਾ ਕੋਨਾ ਕੋਲ ਜਮਾ ਪੂੰਜੀ ਹੁੰਦੀ ਹੈ ਉਹ ਵੀ ਜ਼ਾਇਆ ਕਰ ਲੈਂਦੇ ਨੇ। ਬੱਕਰੀ ਫਾਰਮਿੰਗ ਅਗਰ ਸਟਾਰਟ ਕਰਨੀ ਹੈ ਤਾਂ ਕਮ ਸੇ ਕਮ ਤੁਹਾਨੂੰ 3 ਤੋਂ 4 ਸਾਲ ਚਾਹੀਦੇ ਨੇ। 4 ਸਾਲ ਬਾਅਦ ਤੁਹਾਨੂੰ ਪੈਸੇ ਆਣੇ ਸ਼ੁਰੂ ਹੋਣੇ ਨੇ, ਫਿਰ ਤੁਹਾਨੂੰ ਮਜ਼ਾ ਆਣਾ ਸ਼ੁਰੂ ਹੋਣਾ। ਪਹਿਲੇ 3 ਸਾਲ ਤੁਹਾਨੂੰ 2 ਸਾਲ ਇਹ ਲੱਗਣਾ ਯਾਰ ਮੈਨੂੰ ਲੱਗਦਾ ਮੈਂ ਫਸਿਆ ਹੀ ਹਾਂ। ਤੇ ਇਹ ਉਸ ਬੰਦੇ ਨੂੰ ਲੱਗਣਾ ਜਿਹਨੇ ਬੱਕਰੀਆਂ ਸਸਤੀਆਂ ਲਈਆਂ ਨੇ। ਠੀਕ ਹੈ, ਜਿਹੜੇ ਬੰਦੇ ਨੇ ਸ਼ੁਰੂਆਤ ਹੀ 2.5 ਲੱਖ 3 ਲੱਖ 3.5 ਲੱਖ 2 ਲੱਖ ਤੋਂ ਕੀਤੀ ਹੈ, ਉਹਨੂੰ ਤਾਂ ਪਹਿਲੇ ਸਾਲ 'ਚ ਹੀ ਪਤਾ ਲੱਗ ਜਾਣਾ ਕਿ ਮੈਂ ਕਿਹੜੇ ਮਤਲਬ ਕਿ ਵੇਲਣੇ 'ਚ ਬਾਂਹ ਦੇ ਲਈ। ਠੀਕ ਹੈ, ਤੇ ਬੱਕਰੀ ਫਾਰਮਿੰਗ ਨੂੰ ਕਰੋ ਜਿਨ੍ਹਾਂ ਨੇ ਬੱਕਰੀ ਫਾਰਮਿੰਗ ਕਰਨੀ ਹੈ, ਐਜ਼ ਏ ਬਿਜ਼ਨਸ ਕਰਨੀ ਹੈ, 100 ਵਾਰੀ ਕਰੋ। ਜਿਹਨਾਂ ਨੇ ਸ਼ੌਕ ਲਈ ਜਾਨਵਰ ਰੱਖੇ ਨੇ, ਜਿਨ੍ਹਾਂ ਨੇ ਮਤਲਬ ਕਿ ਫਲਾਣੇ ਉਰਦੂ ਪੁਆਇੰਟ ਤੇ ਫਲਾਣਾ ਪੁਆਇੰਟ ਨੂੰ ਬੁਲਾ ਕੇ ਆਪਣੀਆਂ ਵੀਡੀਓ ਬਣਵਾਉਣੀਆਂ ਨੇ, ਦੱਸਣਾ ਜੀ ਇਹ ਮੇਰਾ ਇੰਨੇ ਲੱਖ ਦਾ ਤੇ ਇਹ ਮੇਰਾ ਇੰਨੇ ਕਰੋੜ ਦਾ ਤੇ ਇਹ ਮੇਰਾ ਇੰਨੇ ਲੱਖ ਦਾ, ਇਹ ਮੇਰਾ ਇੰਨੇ ਕਰੋੜ ਦਾ, ਉਹ ਵੀ ਕਰੋ, ਨੋ ਪ੍ਰੋਬਲਮ। ਲੇਕਿਨ ਮਿਹਰਬਾਨੀ ਕਰਕੇ ਆਵਾਮ ਨੂੰ ਇਸ ਚੀਜ਼ ਵਿੱਚ ਪਾਗਲ ਨਾ ਬਣਾਓ ਕਿ ਬੱਕਰੀ ਫਾਰਮਿੰਗ ਔਰ ਸ਼ੌਕ ਫਾਰਮਿੰਗ ਇੱਕ ਚੀਜ਼ ਹੈ। ਅਗਰ ਤੇ ਆਵਾਮ ਨੂੰ ਇਸ ਚੀਜ਼ ਵਿੱਚ ਪਾਗਲ ਬਣਾਓਗੇ ਤਾਂ ਤੁਸੀਂ ਆਖਰਤ 'ਚ ਆਪਣੀ ਆਖਰਤ ਖਰਾਬ ਕਰ ਰਹੇ ਹੋ। ਠੀਕ ਹੈ, ਮਿਹਰਬਾਨੀ ਕਰਕੇ ਆਵਾਮ ਨੂੰ ਦੱਸੋ ਕਿ ਯਾਰ ਇਹ ਬੱਕਰੀ ਫਾਰਮਿੰਗ ਜਿਹੜੀ ਹੈ ਨਾ, ਅਗਰ ਤੁਸੀਂ ਬਿਜ਼ਨਸ ਲਈ ਕਰਨਾ ਚਾਹੁੰਦੇ ਹੋ ਤਾਂ ਉਹਦਾ ਲੈਵਲ ਇਹ ਹੈ। ਅਗਰ ਤੁਸੀਂ ਸ਼ੌਕ ਨਾਲ ਜਾਨਵਰ ਰੱਖਣਾ ਚਾਹੁੰਦੇ ਹੋ, ਅਗਰ ਹਾਂ ਤੁਹਾਡੇ ਕੋਲ ਬੜਾ ਖੁੱਲਾ ਪੈਸਾ ਹੈ, ਸ਼ੌਕ ਨਾਲ ਜਾਨਵਰ ਰੱਖਣਾ ਚਾਹੁੰਦੇ ਹੋ, ਲੋਕਾਂ ਨੇ ਸ਼ੇਰ ਰੱਖੇ ਤੇ ਸ਼ੇਰ ਕੁੱਤੇ ਰੱਖਣ ਨਾਲੋਂ ਬਿਹਤਰ ਤੁਸੀਂ ਬੱਕਰੀ ਰੱਖੋ। ਮਹਿੰਗੀ ਰੱਖੋ, ਸਸਤੀ ਰੱਖੋ, ਨੋ ਪ੍ਰੋਬਲਮ। ਤੁਹਾਡੀ ਜੇਬ 'ਚ ਜਿੰਨੇ ਪੈਸੇ ਨੇ ਉਸ ਹਿਸਾਬ ਨਾਲ ਰੱਖੋ। ਠੀਕ ਹੈ, ਫਿਰ ਅਗਰ ਫਰਜ਼ ਕਰੋ ਤੁਸੀਂ ਮਤਲਬ ਕਿ ਹੁਣ ਮੈਂ ਤੁਹਾਨੂੰ ਕਿਵੇਂ ਦੀਆਂ ਮਿਸਾਲਾਂ ਦਿਆਂ। ਅਗਰ ਤੁਸੀਂ 2.5 ਲੱਖ ਦੀ ਬੱਕਰੀ ਲੈ ਰਹੇ ਹੋ, ਠੀਕ ਹੈ, ਇਹ ਬਰੀਡਰ ਅਗਰ ਤੁਸੀਂ ਲੈ ਰਹੇ ਹੋ, ਬਰੀਡਰ ਜਿਹੜਾ 4-4.5 ਲੱਖ ਦਾ ਅੱਛਾ ਲੈ ਰਹੇ ਹੋ, ਉਹ ਤੁਹਾਡਾ ਇੱਕ ਪੇਅਰ ਬਣ ਜਾਂਦਾ ਤਕਰੀਬਨ 6 ਲੱਖ ਦੇ ਨੇੜੇ। ਫਰਜ਼ ਕਰੋ ਤੁਹਾਡੀ ਬੱਕਰੀ 2 ਬੱਚੇ ਦਿੰਦੀ ਹੈ, ਉਹ ਬੱਚੇ ਤੁਸੀਂ ਈਦ ਤੇ ਕਿਵੇਂ ਸੇਲ ਕਰ ਲਓਗੇ? ਠੀਕ ਹੈ, ਓਕੇ, ਮਤਲਬ ਕਿ ਪਾਕਿਸਤਾਨ ਦੇ ਵਿੱਚ ਵੇਖੋ ਕਿ 4 ਲੱਖ ਦੀ ਖਰੀਦਦਾਰੀ ਕਰਨ ਵਾਲੇ ਬੰਦੇ ਕਿੰਨੇ ਨੇ, 6 ਲੱਖ ਦੀ ਖਰੀਦਦਾਰੀ ਕਰਨ ਵਾਲੇ ਬੰਦੇ ਕਿੰਨੇ ਪਰਸੈਂਟ ਨੇ? ਉਹ ਮੇਰੀ ਜਾਨ ਹੈ, ਇਹ ਕਾਰੋਬਾਰ ਕੋਈ ਵੀ ਹੁੰਦਾ ਹੈ ਉਹਦੇ ਉੱਪਰ ਡਿਪੈਂਡ ਕਰਦਾ ਮਾਰਕੀਟ ਤੇ, ਕਿ ਤੁਹਾਡੀ ਮਾਰਕੀਟ ਦੇ ਵਿੱਚ ਮੰਡੀ 'ਚ ਰੋਜ਼ ਆਉਣ ਵਾਲੇ ਬੰਦਿਆਂ ਦੀ ਜੇਬ 'ਚ 6 ਲੱਖ ਰੁਪਈਆ, ਕਿੰਨੇ ਬੰਦਿਆਂ ਦੀ ਜੇਬ 'ਚ 6 ਲੱਖ ਰੁਪਈਆ? ਠੀਕ ਹੈ, ਬਿਲਕੁਲ ਇਹ ਸਮਝੋ ਬਾਹਰ ਤੇ ਉਹ ਯੂਰਪ ਤੋਂ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਛੜੀਆਂ ਨੇ। ਠੀਕ ਹੈ, ਤੇ ਮਿਹਰਬਾਨੀ ਕਰਿਆ ਕਰੋ ਇਸ ਚੀਜ਼ ਨੂੰ ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਸੈਪਰੇਟ ਰੱਖੋ। ਸ਼ੌਕ ਫਾਰਮਿੰਗ ਸੈਪਰੇਟ ਹੈ, ਬੱਕਰੀ ਫਾਰਮਿੰਗ ਸੈਪਰੇਟ ਹੈ। ਜਿਨ੍ਹਾਂ ਨੇ ਸ਼ੌਕ ਫਾਰਮਿੰਗ ਦੀ ਜਾਨਵਰ ਖਰੀਦਣੇ ਨੇ ਉਹਨਾਂ ਦੀ ਨੋ ਲਿਮਿਟ, ਨੋ ਕ੍ਰੈਡਿਟ, ਜਿੰਨਾ ਮਰਜ਼ੀ ਮਾਲ ਲਾਓ। ਜਿਨ੍ਹਾਂ ਨੇ ਗੋਟ ਫਾਰਮਿੰਗ ਕਰਨੀ ਹੈ ਐਜ਼ ਏ ਬਿਜ਼ਨਸ, ਉਹਨਾਂ ਦੀ ਇੱਕ ਲਿਮਿਟ, ਇੱਕ ਕ੍ਰਾਈਟੇਰੀਆ ਹੈ, ਉਹਨੂੰ ਉਸ ਕ੍ਰਾਈਟੇਰੀਆ ਦੇ ਅੰਦਰ ਰਹਿ ਕੇ ਚੱਲੋਗੇ ਤੇ ਪੈਸਾ ਕਮਾਓਗੇ। ਅਗਰ ਉਹਦੇ ਤੋਂ ਬਾਹਰ ਜਾਓਗੇ ਤਾਂ ਨੁਕਸਾਨ ਕਮਾਓਗੇ। ਉਮੀਦ ਕਰਨਾ ਕਿ ਹੁਣ ਤੁਹਾਨੂੰ ਇਸ ਚੀਜ਼ ਦੀ ਵਾਜ਼ਿਆ ਤੌਰ ਤੇ ਸਮਝ ਆ ਗਈ ਹੋਏਗੀ। ਅਗਰ ਫਿਰ ਵੀ ਨਹੀਂ ਸਮਝ ਆਈ ਤੇ ਕਮੈਂਟਸ ਵਿੱਚ ਜਿਹੜਾ ਵੀ ਸਵਾਲ ਹੋਏਗਾ ਆਪਣਾ ਤੁਸੀਂ ਸਵਾਲ ਕਰਨਾ, ਇਨਸ਼ਾਅੱਲਾ ਤਾਲਾ ਉਹਦਾ ਜਵਾਬ ਦੇਵਾਂਗੇ। ਤੇ ਕੋਸ਼ਿਸ਼ ਕਰੀਦੀ ਇਹ ਗੱਲ ਉਹ ਕਰੀਏ ਕਿ ਜਿਹਦੇ ਵਿੱਚ ਕੱਲ ਨੂੰ ਅਗਰ ਅਸੀਂ ਅੱਲਾਹ ਕੋਲ ਜਾਣਾ ਹੈ, ਉੱਥੇ ਜਿਹੜਾ ਕੋਈ ਹਿਸਾਬ ਕਿਤਾਬ ਦੇਣਾ ਤੇ ਸਾਡੀ ਵੀਡੀਓ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਵਾਦ ਨਾ ਹੋਏ ਜਿਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਏ। ਠੀਕ ਹੈ, ਮੈਂ ਦੋਨਾਂ ਫਰੀ ਕਹਿਣ ਦੇ ਬਾਰੇ ਬਰਾਬਰੀ ਤੇ ਗੱਲ ਕਰਤੀ ਹੈ। ਜਿਹੜੇ ਸ਼ੌਕ ਕਰਨਾ ਚਾਹੁੰਦੇ ਨੇ, ਸ਼ੌਕ ਦਾ ਤੇ ਮੁੱਲ ਹੀ ਕੋਈ ਨਹੀਂ ਨਾ। ਮੈਂ ਆਪ ਕਹਿਣਾ ਵਾ ਜਿਹੜੀ ਚੀਜ਼ ਮੈਨੂੰ ਪਸੰਦ ਆ ਜਾਂਦੀ ਹੈ, ਹਕੀਕਤ ਵਿੱਚ ਮੈਂ ਯਕੀਨ ਕਰੋ ਮੈਂ ਬਿਜ਼ਨਸ ਨਹੀਂ ਕਰ ਰਿਹਾ, ਮੈਂ ਗੋਟ ਫਾਰਮਿੰਗ ਐਜ਼ ਏ ਬਿਜ਼ਨਸ ਨਹੀਂ ਕਰ ਰਿਹਾ। ਠੀਕ ਹੈ, ਲੇਕਿਨ ਜਿਹੜੀ ਬੱਕਰੀ ਮੈਨੂੰ ਪਸੰਦ ਆ ਜਾਂਦੀ ਹੈ ਮੈਂ ਜਿੰਨੇ ਮਰਜ਼ੀ ਪੈਸੇ ਲਾ ਕੇ ਲੈ ਸਕਦਾ ਕਿਉਂਕਿ ਉਹ ਮੇਰਾ ਸ਼ੌਕ ਹੈ। ਲੇਕਿਨ ਮੈਂ ਅਗਰ ਬਿਜ਼ਨਸ ਦੀ ਤਰਫ ਆਵਾਂਗਾ ਤੇ ਫਿਰ ਮੈਂ ਇਹ ਚੀਜ਼ਾਂ ਨਹੀਂ ਫਾਲੋ ਕਰਾਂਗਾ। ਫਿਰ ਮੈਂ ਵੇਖਾਂਗਾ ਕਿ ਯਾਰ ਪਸੰਦ ਨੂੰ ਗੋਲੀ ਮਾਰੋ, ਮੇਰੀ ਇਹ ਸੇਲ ਹੁੰਦੀ ਕਿ ਨਹੀਂ ਹੁੰਦੀ ਹੈ, ਇਹ ਚੀਜ਼ਾਂ ਵੇਖਾਂਗਾ। ਤੇ ਇਜਾਜ਼ਤ ਦਿਓ ਆਪਣੇ ਵੀਰ ਨੂੰ। ਇਨਸ਼ਾਅੱਲਾ ਤਾਲਾ ਇੱਕ ਨਏ ਟੌਪਿਕ ਤੇ ਦੁਬਾਰਾ ਇੱਕ ਨਈ ਵੀਡੀਓ ਲੈ ਕੇ ਦੁਬਾਰਾ ਤੁਹਾਡੇ ਲਈ ਹਾਜ਼ਰ ਹੋਵਾਂਗੇ ਇਨਸ਼ਾਅੱਲਾ ਤਾਲਾ। ਦੁਆਵਾਂ 'ਚ ਯਾਦ ਰੱਖਿਆ ਕਰੋ, ਅਸੀਂ ਵੀ ਇਨਸ਼ਾਅੱਲਾ ਤਾਲਾ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਾਂਗੇ ਇਨਸ਼ਾਅੱਲਾ। ਅਗਰ ਕੋਈ ਗਲਤੀ ਕੁਤਾਹੀ ਹੋ ਜਾਂਦੀ ਹੈ ਉਹਦੇ ਲਈ ਮਾਜ਼ਰਤ ਚਾਹੁੰਦੇ ਹਾਂ, ਕੋਈ ਗੱਲ ਬੁਰੀ ਲੱਗੀ ਹੋਏ ਤਾਂ ਉਹਦੇ ਲਈ ਮਾਜ਼ਰਤ ਚਾਹੁੰਦੇ ਹਾਂ। अस्सलाम वालेकुम।